ਤੁਹਾਡਾ ਸਭ ਦਾ ਸਵਾਗਤ ਹੈ। ਮੈਂ ਹਾਂ ਮਦਨਦੀਪ ਔਰ ਤੁਸੀਂ ਦੇਖ ਰਹੇ ਹੋ ਪੀਟੀਵੀ ਇੰਡੀਆ। ਮੇਰੇ ਨਾਲ ਨੇ ਉੱਘੇ ਪੱਤਰਕਾਰ ਪ੍ਰੋਫੈਸਰ ਡਾਕਟਰ ਹਰਜਿੰਦਰ ਸਿੰਘ ਵਾਲੀਆ ਜੀ। ਸਵਾਗਤ ਹੈ ਤੁਹਾਡਾ ਵਾਲੀਆ ਸਾਹਿਬ। ਸ਼ੁਕਰੀਆ ਜੀ ਮਦਨ ਜੀ। ਵਾਲੀਆ ਜੀ, ਕੁਝ ਅਹਿਮ ਗੱਲਾਂ ਹਨ ਭਗਵੰਤ ਮਾਨ ਦੀ ਸਰਕਾਰ ਨੂੰ ਲੈ ਕੇ ਜਿਹਦੇ ਤੇ ਅਸੀਂ ਵਿਚਾਰ ਕਰਨੀ ਹੈ। ਸਰਕਾਰ ਨੇ ਬਣਦੇ ਸਾਰ ਐਕਸ਼ਨ ਮੋਡ 'ਚ ਆਈ ਹੈ ਸਰਕਾਰ। ਉਹਨੇ ਕੁਝ ਬਹੁਤ ਅਹਿਮ ਜਿਹੜੇ ਮਾਮਲੇ ਆ ਉਹਨਾਂ ਨੂੰ ਹੱਥ ਪਾਇਆ। ਸਭ ਤੋਂ ਪਹਿਲਾਂ ਤਾਂ ਇਸ ਸਰਕਾਰ ਨੇ ਭ੍ਰਿਸ਼ਟਾਚਾਰ ਤੋਂ ਮੁਕਤ ਕਰਨ ਲਈ ਸੂਬੇ ਨੂੰ ਇੱਕ WhatsApp ਨੰਬਰ ਜਾਰੀ ਕੀਤਾ। ਉਸ WhatsApp ਦੇ ਵਿੱਚ ਹੋਰ ਜੋ ਛੋਟੀਆਂ ਮੋਟੀਆਂ ਕਾਰਵਾਈਆਂ ਹੋਈਆਂ ਉਹ ਅਲੱਗ ਗੱਲ ਹੈ, ਪਰ ਇਹਨਾਂ ਦਾ ਆਪਣਾ ਮੰਤਰੀ, ਕੈਬਨਿਟ ਮੰਤਰੀ, ਸਿਹਤ ਮੰਤਰੀ ਵਿਜੇ ਸਿੰਗਲਾ, ਇਹਨਾਂ ਦੀ ਸਰਕਾਰ ਦੇ ਆਪਣੀ ਸਰਕਾਰ ਦੇ ਕਾਬੂ ਆ ਗਿਆ। ਉਹਨਾਂ ਨੂੰ ਮੰਤਰੀ ਪਦ ਤੋਂ ਹਟਾਇਆ ਗਿਆ ਔਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਬਾਅਦ ਜਿਹੜੀਆਂ ਪੰਚਾਇਤੀ ਜ਼ਮੀਨਾਂ ਉਹਦੇ ਖਿਲਾਫ ਸਰਕਾਰ ਨੇ ਐਕਸ਼ਨ ਲੈ ਵੱਡੀ ਪੱਧਰ ਤੇ ਜ਼ਮੀਨਾਂ ਖਾਲੀ ਕਰਵਾਈਆਂ। ਔਰ ਇਹ ਮਾਮਲਾ ਜਿਹੜਾ ਆ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਸਰਕਾਰ ਜਿਹੜੀ ਹੈ ਉਹ ਵਿਵਾਦ ਵਿੱਚ ਘਿਰੀ ਹੈ। ਚਾਹੇ ਉਹ ਵਿਵਾਦ ਹਾਲੇ ਉਭਰਵੇਂ ਰੂਪ ਦੇ ਸਾਹਮਣੇ ਨਹੀਂ ਆ ਰਹੇ, ਪਰ ਹੌਲੀ ਹੌਲੀ ਕਰਕੇ ਉਹਨਾਂ ਵਿਵਾਦਾਂ ਦਾ ਉਭਾਰ ਵੀ ਸਾਨੂੰ ਵੇਖਣ ਨੂੰ ਮਿਲੇਗਾ। ਇਸ ਤੋਂ ਬਾਅਦ ਇੱਕ ਜਿਹੜਾ ਹੋਰ, ਯਾਨੀ ਅਸੀਂ ਐਕਸ਼ਨ ਮੋਡ ਦੀ ਗੱਲ ਕਰ ਰਹੇ ਹਾਂ ਸਰਕਾਰ ਦੇ, ਜਿਹੜਾ ਵੱਡਾ ਐਕਸ਼ਨ ਸੀ ਉਹ ਸੀ ਸੁਰੱਖਿਆ ਦੇ ਵਿੱਚ ਕਟੌਤੀ। ਕੁਝ ਵਿਰੋਧੀ ਦਲਾਂ ਦੇ ਆਗੂਆਂ ਦੀ ਸੁਰੱਖਿਆ, ਕੁਝ ਖਾਸ ਹਸਤੀਆਂ ਦੀ, ਸਿੰਗਰਾਂ ਦੀ, ਕਲਾਕਾਰਾਂ ਦੀ ਜਿਹੜੀ ਸੁਰੱਖਿਆ ਸੀ ਉਹ ਘਟਾਈ ਗਈ ਜਾਂ ਖਤਮ ਕੀਤੀ ਗਈ। ਉਸ ਤੋਂ ਬਾਅਦ ਸਿੱਧੂ ਮੂਸੇਵਾਲਾ ਕਾਂਡ ਵਾਪਰਦਾ ਹੈ ਔਰ ਹੁਣ ਸਰਕਾਰ ਨੂੰ ਇੱਕ ਹਲਫਨਾਮਾ ਦੇਣਾ ਪੈਂਦਾ ਹੈ ਹਾਈ ਕੋਰਟ ਦੇ ਵਿੱਚ ਕਿ ਅਸੀਂ ਵੱਡੀਆਂ ਹਸਤੀਆਂ ਦੀ ਸੁਰੱਖਿਆ ਬਹਾਲ ਕਰਾਂਗੇ। ਔਰ ਇਹ ਸਾਰੇ ਮਾਮਲੇ ਜਿਹੜੇ ਆ ਕਿ ਇਹ ਕਾਹਲੀ ਵਿੱਚ ਫੈਸਲੇ ਲਏ ਗਏ ਸੀ, ਇਸ ਕਰਕੇ ਸਰਕਾਰ ਨੂੰ ਵਾਪਸ ਮੁੜਨਾ ਪੈ ਰਿਹਾ ਉਹਨਾਂ ਫੈਸਲਿਆਂ 'ਚ, ਜਾਂ ਇਸ ਸਰਕਾਰ ਨੂੰ ਇਹਦੇ ਬਾਰੇ ਕੁਝ ਹੋਰ ਕਰਨ ਦੀ ਲੋੜ ਹੈ ਜਾਂ ਆਪਣੀ ਕਾਰਜਸ਼ੈਲੀ ਬਦਲਣ ਦੀ ਲੋੜ ਆ। ਇਹਦੇ ਤੇ ਡਾਕਟਰ ਸਾਹਿਬ ਤੋਂ ਅਸੀਂ ਕੁਝ ਗੱਲਾਂ ਜਿਹੜੀਆਂ, ਕੁਝ ਚਾਨਣਾ ਜਿਹੜਾ ਇਹਨਾਂ ਦਾ ਉਹ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾਵਾਂਗੇ। ਇਸ ਤੋਂ ਇਲਾਵਾ ਭਗਵੰਤ ਮਾਨ ਹੁਣ ਜਦੋਂ ਪਿਛਲੀ ਵਾਰ ਦਿੱਲੀ ਗਏ ਸੀ, ਉਦੋਂ ਉਹਨਾਂ ਨੇ ਆਪਣੇ ਮੰਤਰੀ ਤੇ ਕਾਰਵਾਈ ਕੀਤੀ, ਮੰਤਰੀ ਨੂੰ ਅੰਦਰ ਕਰਵਾਇਆ। ਹੁਣ ਇੱਕ ਵਾਰ ਫਿਰ ਉਹ ਦਿੱਲੀ ਕੱਲ ਗਏ ਆ ਔਰ ਵਾਪਸ ਆਏ ਆ ਤੇ ਇਹ ਉਡੀਕ ਕੀਤੀ ਜਾ ਰਹੀ ਹੈ ਸ਼ਾਇਦ ਉਹ ਕੋਈ ਹੋਰ ਵੱਡਾ ਐਕਸ਼ਨ ਕਰਨ ਜਾ ਰਿਹਾ, ਕਿਉਂਕਿ ਇੱਕ ਉਹਨਾਂ ਤੇ ਦਬਾਅ ਬਣਿਆ ਹੋਇਆ ਹੈ ਪੁਰਾਣੀਆਂ ਸਰਕਾਰਾਂ ਵੇਲੇ ਘੁਟਾਲਿਆਂ ਦਾ। ਕੁਝ ਮੰਤਰੀਆਂ ਦੇ ਨਾਂ ਸਾਹਮਣੇ ਆ ਰਹੇ ਸੀ, ਕੁਝ ਅਧਿਕਾਰੀਆਂ ਦੇ ਨਾਂ ਸਾਹਮਣੇ ਆ ਰਹੇ ਸੀ। ਸ਼ਾਇਦ ਇਹ ਕਿਹਾ ਜਾ ਰਿਹਾ ਕਿ ਉਹਨਾਂ ਤੇ ਕਾਰਵਾਈ ਹੋ ਸਕਦੀ ਹੈ। ਡਾਕਟਰ ਸਾਹਿਬ, ਕੀ ਇਸ ਸਰਕਾਰ ਨੂੰ ਨਵੇਂ ਸਿਰੋਂ ਕਾਰਜਸ਼ੈਲੀ ਆਰੰਭਣੀ ਪੈਗੀ, ਕੋਈ ਤਬਦੀਲੀ ਕਰਨੀ ਪੈਗੀ ਆਪਣੀ ਕਾਰਜਸ਼ੈਲੀ ਵਿੱਚ, ਜਾਂ ਕੀ ਕਰਨਾ ਪਏਗਾ? ਦੇਖੋ ਮਦਨ ਜੀ, ਤੁਸੀਂ ਕਈ ਸਵਾਲ ਜਿਹੜੇ ਹੈ ਪਹਿਲੇ ਸਵਾਲ 'ਚ ਕਰ ਦਿੱਤੇ ਨੇ ਜੀ, ਤੇ ਕੋਸ਼ਿਸ਼ ਕਰਦੇ ਆ ਇਸ ਤੇ ਆਪਾਂ ਗੱਲਬਾਤ ਕਰੀਏ। ਦੇਖੋ, ਪਹਿਲੀ ਗੱਲ ਤਾਂ ਇਹ ਸਰਕਾਰ ਜਿਵੇਂ ਪਾਵਰ 'ਚ ਆਈ ਹੈ, ਇੱਕ ਤਾਂ ਇਹ ਦੇਖੀਏ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਨਹੀਂ ਜਿੱਤੀ, ਬਲਕਿ ਰਵਾਇਤੀ ਪਾਰਟੀਆਂ ਜਾਂ ਇਉਂ ਕਹਿ ਲਓ ਕਾਂਗਰਸ ਔਰ ਅਕਾਲੀ ਹਾਰੇ ਨੇ। ਲੋਕਾਂ ਨੇ ਬਦਲਾਅ ਇਸ ਕਰਕੇ ਹੈ ਦਿਖਾਇਆ ਕਿ ਉਹ ਬਹੁਤ ਦੁਖੀ ਸੀ ਪਹਿਲਾਂ ਅਕਾਲੀਆਂ ਤੋਂ, ਵੱਡੇ ਮਸਲੇ ਉਹ ਨਹੀਂ ਹੱਲ ਕਰ ਸਕੇ, ਬੇਅਦਬੀ ਦਾ ਉਹ ਨਹੀਂ ਜਿਹੜਾ ਇਨਸਾਫ ਦੇ ਸਕੇ, ਤੇ ਜੋ ਕੈਪਟਨ ਸਾਹਿਬ ਨੇ ਕਿਹਾ ਸੀ ਉਹ ਵੀ ਨਹੀਂ ਕੀਤਾ। ਸੋ ਪਹਿਲਾਂ ਤਾਂ ਇਹ ਗਲਤਫਹਿਮੀ ਦੂਰ ਕਰ ਲੈਣੀ ਚਾਹੀਦੀ ਹੈ ਆਮ ਆਦਮੀ ਪਾਰਟੀ ਨੂੰ ਕਿ ਲੋਕਾਂ ਨੇ ਉਹਨੂੰ ਸਪੋਰਟ ਦਿੱਤੀ ਹੈ। ਨਹੀਂ, ਲੋਕਾਂ ਨੇ ਜਿਹੜੀ ਕਾਂਗਰਸ ਤੇ ਅਕਾਲੀਆਂ ਦੀ ਨੈਗੇਟਿਵ ਵੋਟ ਹੈ ਉਹਦੇ ਕਾਰਨ 92 ਬੰਦੇ ਲਿਆਂਦੇ ਨੇ, ਨੰਬਰ 1। ਨੰਬਰ 2, ਜਿਹੜੀਆਂ ਗੱਲਾਂ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ, ਜਾਂ ਇਹ ਕਹਿ ਲਓ ਕੇਜਰੀਵਾਲ ਨੇ ਗਰੰਟੀਆਂ ਦਿੱਤੀਆਂ ਸੀ, ਉਹ ਗਰੰਟੀਆਂ ਦੇਣ ਵੇਲੇ ਵੀ ਅਸੀਂ ਕਹਿੰਦੇ ਸੀ ਕਿ ਜੀ ਤੁਸੀਂ ਇਹ ਗਰੰਟੀਆਂ ਜਿਹੜੀਆਂ ਦੇ ਰਹੇ ਹੋ ਪੂਰੀਆਂ ਕਿਵੇਂ ਹੋਣਗੀਆਂ, ਕਿੱਥੋਂ ਲਿਆਓਗੇ ਤੁਸੀਂ ਰੈਵਨਿਊ, ਪੈਸਾ ਆਊ ਕਿੱਥੋਂ ਲਿਆਓਗੇ ਤੁਸੀਂ? ਹਜ਼ਾਰ ਰੁਪਇਆ ਦੇਣਾ ਬਹੁਤ ਔਖਾ ਹੈ, ਸਭ ਨੂੰ 300 ਯੂਨਿਟ ਬਿਜਲੀ ਫ੍ਰੀ ਦੇਣੀ ਬਹੁਤ ਔਖੀ ਹੈ। ਇਹ ਜਿਹੜੀਆਂ ਗਰੰਟੀਆਂ ਨਹੀਂ ਪੂਰੀਆਂ ਹੋ ਸਕਦੀਆਂ ਜਿਸ ਤਰ੍ਹਾਂ ਦੀ ਵਿੱਤੀ ਹਾਲਤ ਹੈ ਸਟੇਟ ਦੀ, ਤੇ ਫਿਰ ਉਹਦਾ ਤਰੀਕਾ ਕੀ ਹੈ?
ਤੇ ਜਾਂ ਏਮ ਕੀ ਹੈ। ਤੀਜੀ ਗੱਲ ਵੀ ਦੇਖਣੀ ਪਊ ਜਦੋਂ ਆਪਾਂ ਇਹਦਾ ਐਨਾਲਿਸਿਸ ਕਰਦੇ ਹਾਂ ਕਿ ਭਗਵੰਤ ਮਾਨ ਕਹਿੰਦਾ ਹੈ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ। ਹੋ ਸਕਦਾ ਹੈ ਮਾਨ ਸਾਹਿਬ ਦੀ ਸੋਚ ਇਹ ਹੋਵੇ, ਲੇਕਿਨ ਮਾਨ ਸਾਹਿਬ ਦੇ ਸੁਪਰੀਮੋ ਦੀ ਸੋਚ ਇਹ ਨਹੀਂ। ਉਹ ਕੇਜਰੀਵਾਲ ਦੀ ਸੋਚ ਹੈ ਕਿ ਮੈਂ ਦੇਸ਼ ਕਿਵੇਂ ਜਿੱਤਾਂ, ਮੈਂ ਗੁਜਰਾਤ ਕਿਵੇਂ ਜਿੱਤਾਂ, ਫੌਰੀ ਤੌਰ ਤੇ ਇਮੀਡੀਏਟ ਏਮ ਹੈ ਮੈਂ ਹਿਮਾਚਲ ਕਿਵੇਂ ਜਿੱਤਾਂ। ਉਹਨਾਂ ਦੀ ਸੋਚ ਹੋਰ ਹੈ, ਭਗਵੰਤ ਮਾਨ ਦੀ ਸੋਚ ਹੋਰ ਹੋ ਸਕਦੀ ਹੈ, ਪਰ ਹੱਥ 'ਚ ਕੁਛ ਨਹੀਂ। ਹੁਣ ਜੋ ਸੋਚ ਕੇਜਰੀਵਾਲ ਦੀ, ਇਹਨਾਂ ਦੇ ਸੁਪਰੀਮੋ ਦੀ ਹੈ ਆਮ ਆਦਮੀ ਪਾਰਟੀ ਦੇ, ਉਹਦੇ ਲਈ ਫੌਰੀ ਤੌਰ ਤੇ ਪ੍ਰਚਾਰ ਦੀ ਲੋੜ ਹੈ। ਤੇ ਪ੍ਰਚਾਰ ਲਈ ਗੁਜਰਾਤ ਜਾ ਕੇ ਇਹ ਕਹਿਣਾ बहुत जरूरी है। आप अपने रिश्तेदारों से बात कर सकते हैं, फोन कीजिए अपने दोस्त मित्रों को, पूछिए 10 दिनों में भगवंत मान ने करप्शन खत्म कर दी। एक कहन ਲਈ WhatsApp ਨੰਬਰ ਚਾਹੀਦਾ ਸੀ ਨਾ, ਉਹ WhatsApp ਨੰਬਰ ਦੇਤਾ। ਕਰਪਸ਼ਨ ਦੂਰ ਹੋਵੇ ਨਾ ਹੋਵੇ ਇਹ ਵੱਖਰੀ ਗੱਲ ਹੈ, ਸਾਨੂੰ ਤਾਂ ਪ੍ਰਚਾਰ ਲਈ ਕੁਝ ਚਾਹੀਦਾ ਹੈ। ਤੇ ਹੁਣ ਤੱਕ ਜੋ ਕੁਝ ਕੀਤਾ ਹੈ ਫਿਊਚਰ ਟੈਂਸ ਕੀਤਾ ਹੈ ਕਿ ਅਸੀਂ ਇਹ ਕਰਾਂਗੇ, ਤੇ ਕੀਤਾ ਕੀ ਹੈ ਹੁਣ ਤੱਕ ਦੇਖ ਲਓ 70-75 ਦਿਨ ਹੋ ਗਏ। ਇਹ ਤੁਸੀਂ ਐਨਾਲਿਸਿਸ ਕਰ ਸਕਦੇ ਹੋ। ਘਰ ਘਰ ਰਾਸ਼ਨ ਪਹੁੰਚਾਵਾਂਗੇ, ਪਹੁੰਚਿਆ ਤਾਂ ਨਹੀਂ ਲੇਕਿਨ ਖਬਰਾਂ ਤਾਂ ਲੱਗੀਆਂ। ਜਿੰਨੀਆਂ ਵੀ ਤੁਸੀਂ 35,000 ਮੁਲਾਜ਼ਮਾਂ ਨੂੰ ਪੱਕੇ ਕਰਾਂਗੇ, ਪਰ ਸਭ ਨੂੰ ਪਤਾ ਨਹੀਂ ਕਰ ਸਕਣਗੇ। ਕਿਉਂ ਨਹੀਂ ਕਰ ਸਕਣਗੇ? ਪਰ ਖਬਰਾਂ ਤਾਂ ਲੱਗ ਗਈਆਂ, ਪ੍ਰਚਾਰ ਤਾਂ ਹੋ ਗਿਆ ਕਿ ਕਿਵੇਂ ਪੱਕੇ ਕਰਨਗੇ। ਸੁਪਰੀਮ ਕੋਰਟ ਦੇ ਡਿਸੀਜਨ ਦੇਖ ਲਓ, ਬੈਕਆਊਟ ਜਿਹੜੀ ਡੋਰ ਐਂਟਰੀ ਆ ਨਹੀਂ ਪੱਕੀ ਹੋ ਸਕਦੀ। ਸੋ ਨੌਕਰੀਆਂ ਦੇਵਾਂਗੇ, ਹਰੇ ਪੈਨ ਨਾਲ ਕਿਹੜੀਆਂ ਨੌਕਰੀਆਂ ਦਿੱਤੀਆਂ, ਇਹ ਸਾਰੀਆਂ ਗੱਲਾਂ ਦਾ ਜਿਹੜਾ ਧਿਆਨ ਡਾਇਵਰਟ ਕਰਨ 'ਚ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਕਿ ਜਿਹੜੇ IT ਸੈਕਟਰ ਹੈ ਨਾ, ਜਿਹੜਾ ਇਹਨਾਂ ਦਾ IT ਟੀਮ ਹੈ ਜਿਹੜੀ ਕੇਜਰੀਵਾਲ ਸਾਹਿਬ ਦੀ, ਉਹ ਬਹੁਤ ਤਿੱਖੀ ਹੈ। ਮੇਰਾ ਖਿਆਲ ਹੈ ਕਿ ਮੋਦੀ ਸਾਹਿਬ ਦੀ ਟੀਮ ਨਾਲੋਂ ਵੀ ਤਿੱਖੀ ਹੋ ਸਕਦੀ ਹੈ। ਮੈਨੇਜਮੈਂਟ ਬਹੁਤ ਵਧੀਆ ਇਹਨਾਂ ਦੀ, ਲੋਕਾਂ ਦਾ ਧਿਆਨ ਡਾਇਵਰਟ ਕਿਵੇਂ ਕਰਨਾ ਹੈ, ਅਸਲੀ ਮੁੱਦਿਆਂ ਤੋਂ ਕਿਵੇਂ ਹਰ ਰੋਜ਼ ਨਵੇਂ ਮੁੱਦੇ ਲੈ ਕੇ ਆਉਣੇ ਨੇ। ਮੈਂ ਐਗਜ਼ਾਮਪਲ ਤੁਹਾਨੂੰ ਦੇਵਾਂ, ਜਦੋਂ ਆ ਜਗਜੀਤ ਸਿੰਘ ਡੱਲੇਵਾਲ ਤੇ ਬਾਕੀ ਕਿਸਾਨ ਮੋਰਚਾ ਲਾ ਕੇ ਦਿੱਲੀ 'ਚ ਬੈਠੇ ਜੀ, ਤੇ ਉਸ ਦਿਨ ਤੁਸੀਂ ਯਾਦ ਕਰੋ ਕਿ ਵੱਡੀ ਖਬਰ ਬਣਦੀ ਸੀ, ਲੇਕਿਨ ਉਸੇ ਦਿਨ ਸਵੇਰੇ ਜਿਹੜਾ ਕੇਜਰੀਵਾਲ ਸਾਹਿਬ ਟੀਵੀ ਤੇ ਆ ਕੇ ਕਹਿੰਦੇ ਨੇ ਕਿ ਜਿਹੜੀ ਹੈ ਕਰਨਾਟਕ ਸਰਕਾਰ ਨੇ ਭਗਤ ਸਿੰਘ ਨੂੰ ਸਿਲੇਬਸ ਚੋਂ ਕੱਟ ਕੇ ਸਾਵਰਕਰ ਨੂੰ ਪਾ ਲਿਆ। ਤੇ ਉਸੇ ਲਾਈਨ ਤੇ ਭਗਵੰਤ ਸਿੰਘ ਮਾਨ ਕਹਿੰਦੇ ਨੇ ਬਿਲਕੁਲ ਕੋਈ ਗੱਲ ਨਹੀਂ ਸੀ ਉਸ ਤਰ੍ਹਾਂ ਦੀ, ਲੇਕਿਨ ਧਿਆਨ ਡਾਇਵਰਟ ਕਰਨਾ ਸੀ, ਇਹਦੇ 'ਚ ਮਾਹਰ ਨੇ। ਇਸ ਕਰਕੇ ਜਿਹੜਾ ਤੁਹਾਡਾ ਪਹਿਲਾ ਸਵਾਲ ਹੈ ਕਿ ਇਹ ਐਕਸ਼ਨ ਮੋਡ 'ਚ ਨਜ਼ਰ ਆਉਂਦੇ ਨੇ, ਇਹ ਐਕਸ਼ਨ ਮੋਡ 'ਚ ਨਜ਼ਰ ਆਉਣਾ ਉਹਨਾਂ ਦੀ ਮਜਬੂਰੀ ਹੈ। ਉਹਨਾਂ ਨੂੰ ਦੱਸਣਾ ਪੈਣਾ ਅਸੀਂ ਕੁਝ ਕਰ ਰਹੇ ਹਾਂ, ਤੇ ਜਿਹੜਾ ਕੁਝ ਕਰਨ ਲਈ ਪਾਵਰ ਚਾਹੇ ਸੀ ਉਹ ਕਰ ਨਹੀਂ ਸਕਦੇ। ਤੁਸੀਂ ਦੱਸੋ ਨਾ, ਤੁਸੀਂ ਆ ਜਿਹੜੀ ਗੱਲ ਕਹਿੰਦੇ ਹੋ ਨਾ 300 ਯੂਨਿਟ ਬਿਜਲੀ ਫ੍ਰੀ, ਕਿੱਡੇ ਕਿੱਡੇ ਪੋਸਟਰ ਲਾਏ ਨੇ, ਥਾਂ ਥਾਂ ਤੇ ਫਲੈਕਸ ਲੱਗੇ ਨੇ, ਲੇਕਿਨ ਲੋਕ ਤਾਂ ਵੰਡੇ ਗਏ। ਸਾਰਿਆਂ ਨੂੰ ਬਿਜਲੀ ਥੋੜੀ ਫ੍ਰੀ ਹੈ, ਤੇ ਜਿਨ੍ਹਾਂ ਨੂੰ ਵੀ ਫ੍ਰੀ ਹੈ ਉਹਨਾਂ ਤੇ ਵੀ ਸ਼ਰਤਾਂ ਨੇ ਵੀ 1 ਯੂਨਿਟ ਵੀ ਜੇ ਵੱਧ ਲੱਗਿਆ। ਇਹ ਪਹਿਲਾਂ ਕਦੋਂ ਕਿਹਾ ਸੀ? ਤੋਂ ਜੁਲਾਈ 'ਚ ਪਤਾ ਨਹੀਂ ਹੋਊ ਕਿ ਨਹੀਂ ਹੋਊ। ਤੇ ਦੂਜੇ ਪਾਸੇ ਗਰੰਟੀ ਦੀ ਕੋਈ ਗੱਲ ਨਹੀਂ। ਤੀਜੇ ਪਾਸੇ ਰੇਤ ਮਾਫੀਆ ਖਤਮ ਕਰਨਾ, ਦੱਸੋ ਕਿੱਥੇ ਖਤਮ ਹੈ? ਲੇਕਿਨ ਉਹਦੇ ਬਦਲੇ 'ਚ ਲੋਕਾਂ 'ਚ ਤਾਂ ਜਾਣਾ, ਉਹਦੇ 'ਚ ਉਹ ਪਹਿਲੇ ਕੁਝ ਦਿਨ ਮੈਂ ਕਹਿ ਸਕਦਾ ਉਹ ਲਗਾਤਾਰ ਇਵੈਂਟ ਬਣਾ ਕੇ ਲੋਕਾਂ 'ਚ ਚਰਚਾ ਦਾ ਵਿਸ਼ਾ ਬਣਦੇ ਰਹੇ। 3 ਵਾਰ ਉਹਨਾਂ ਨੇ ਸਿਕਿਉਰਿਟੀ ਘਟਾਈ, 3 ਵਾਰ ਵੱਡੀਆਂ ਖਬਰਾਂ ਲੱਗੀਆਂ, ਲੇਕਿਨ ਜਦੋਂ 424 ਦੀ ਸਿਕਿਉਰਿਟੀ ਘਟਾਈ ਜਾਂਦੀ ਹੈ, ਇਹ ਕੱਟ ਲੱਗਦਾ ਹੈ। ਔਰ ਜਿਹੜੀ ਬੀਬੀ ਇਹਨਾਂ ਨੇ ਲਾਈ ਹੋਈ ਸੀ ਆਯੂਸ਼ੀ, ਉੱਥੇ ਬਿਠਾਈ ਹੋਈ ਸੀ ਦਿੱਲੀ, ਇੱਥੋਂ ਇੱਕ ਗੱਲ ਤਾਂ ਸਪਸ਼ਟ ਹੋ ਗਈ ਕਿ ਮਾਨ ਸਾਹਿਬ ਦੇ ਹੱਥ ਤਾਂ ਉਹਨਾਂ ਦਾ ਟਵੀਟ ਵੀ ਨਹੀਂ ਹੈ, ਸੋਸ਼ਲ ਮੀਡੀਆ ਅਕਾਊਂਟ ਵੀ ਨਹੀਂ ਹੈ, ਫੇਸਬੁੱਕ ਵੀ ਨਹੀਂ ਹੈ, ਟਵਿੱਟਰ ਵੀ ਉੱਤੋਂ ਜਿਹੜਾ ਹੈ ਟਵੀਟ ਕਰਦੇ ਨੇ ਮਾਨ ਸਾਹਿਬ ਦੇ ਅਕਾਊਂਟ ਤੇ ਕਰਦੇ ਨੇ, ਤੇ ਮਾਨ ਸਾਹਿਬ ਦੇ ਅਕਾਊਂਟ ਤੇ ਇਹ ਸਾਰੇ ਜਨਤਕ ਕਰਤੇ। ਇਹਦਾ ਮਤਲਬ 26 ਮਈ ਨੂੰ ਜਿਹੜਾ ਇਵੈਂਟ ਕੀਤਾ ਇਹਨਾਂ ਨੇ ਉਹ ਵੱਡਾ ਇਵੈਂਟ ਸੀ। 424 2000 ਬੰਦਿਆਂ ਦੀ ਸਿਕਿਉਰਿਟੀ ਘਟਾਈ, ਇੰਨੇ ਕਰੋੜ ਰੁਪਇਆ ਬਚੂ ਟੈਕਸ ਪੇਅਰਸ ਦਾ,
ਤੇ ਅੱਜ ਜੇ ਪੁੱਛੀਏ ਵੀ ਉਹ ਕਿੱਥੇ ਹੈ, ਯੂ ਟਰਨ ਲੈਣ ਲੱਗੇ ਨਹੀਂ, ਤੁਸੀਂ ਸੋਚਿਆ? ਇਹਦਾ ਮਤਲਬ ਇਹਦੇ ਵਿੱਚ ਡਾਕਟਰ ਸਾਹਿਬ ਇੱਕ ਇਲਜ਼ਾਮ ਲੱਗਦਾ ਹੈ, ਕੇਜਰੀਵਾਲ ਉਹਨਾਂ ਦੇ ਉੱਪਰ ਵੀ ਲੱਗਦਾ ਹੈ, ਭਗਵੰਤ ਮਾਨ ਉਹਨਾਂ ਦੇ ਉੱਪਰ ਵੀ ਲੱਗਦਾ ਹੈ ਕਿ ਜੇ ਦੂਜਿਆਂ ਨੂੰ ਇਸ ਵੇਲੇ ਸੁਰੱਖਿਆ ਨਹੀਂ ਚਾਹੀਦੀ, ਵਿਰੋਧੀਆਂ ਨੂੰ ਸੁਰੱਖਿਆ ਨਹੀਂ ਚਾਹੀਦੀ, ਹੋਰਾਂ ਨੂੰ ਸੁਰੱਖਿਆ ਨਹੀਂ ਚਾਹੀਦੀ, ਤੇ ਤੁਹਾਨੂੰ ਵੀ ਲੋੜ ਨਹੀਂ ਪੈਣੀ ਚਾਹੀਦੀ। ਤੁਸੀਂ, ਤੁਹਾਡੀ ਪਾਰਟੀ ਨੇ ਪਹਿਲਾਂ ਫੈਸਲਾ ਲਿਆ ਸੀ ਕਿ ਤੁਸੀਂ ਕੋਈ ਸੁਰੱਖਿਆ ਨਹੀਂ ਲਓਗੇ, ਤੁਸੀਂ ਕੋਈ ਸਰਕਾਰੀ ਘਰ ਨਹੀਂ ਲਓਗੇ, ਤੁਸੀਂ ਕੋਈ ਸਰਕਾਰੀ ਗੱਡੀ ਦੀ ਵਰਤੋਂ ਨਹੀਂ ਕਰੋਗੇ, ਔਰ ਹੁਣ ਤੁਹਾਡੇ ਕੋਲੇ ਸੁਰੱਖਿਆ ਜਿਹੜੀ ਹੈ ਉਹ ਪਹਿਲੇ ਮੁੱਖ ਮੰਤਰੀਆਂ ਨਾਲੋਂ ਵੀ ਜਿਹੜੀ ਹੈ ਉਹ ਜ਼ਿਆਦਾ ਸਟਰੋਂਗ ਹੈ ਇਸ ਵੇਲੇ ਸੁਰੱਖਿਆ ਇਹਨਾਂ ਦੀ, ਔਰ ਗੱਡੀਆਂ ਵੀ ਲਈਆਂ ਹੋਈਆਂ, ਸਰਕਾਰੀ ਘਰ ਵੀ ਲਏ ਹੋਏ ਆ, ਔਰ ਆਪਣੇ ਬਕਾਇਦਾ ਨੇੜਲਿਆਂ ਨੂੰ ਵੀ ਇਹ ਸਹੂਲਤਾਂ ਦਵਾਈਆਂ ਹੋਈਆਂ। ਸੋ ਇਹ ਇਲਜ਼ਾਮ ਹੈ ਕਿ ਤੁਹਾਨੂੰ ਇਹ ਲੱਗਦਾ ਵੀ ਤੁਸੀਂ ਸੁਰੱਖਿਅਤ ਨਹੀਂ ਹੈਗੇ, ਤੁਹਾਨੂੰ ਲੱਗਦਾ ਹੈ ਕਿ ਸੁਖਬੀਰ ਬਾਦਲ ਸੁਰੱਖਿਅਤ ਆ, ਅਮਰਿੰਦਰ ਸਿੰਘ ਸੁਰੱਖਿਅਤ ਆ, ਗੈਕ ਸੁਰੱਖਿਅਤ ਹੈਗੇ ਨੇ, ਬਾਕੀ ਹੋਰ ਜਿਹੜੇ ਵਿਰੋਧੀ ਨੇ ਸਾਰੇ ਸੁਰੱਖਿਅਤ ਆ, ਪਰ ਤੁਸੀਂ ਅਣਸੁਰੱਖਿਅਤ ਹੋ। ਇਹਦੀ ਵਜ੍ਹਾ ਕੀ ਹੋ ਸਕਦੀ ਹੈ, ਇਹ ਸਵਾਲ ਹੋ ਰਹੇ ਨੇ ਜੀ। ਨਹੀਂ, ਇਹਨੂੰ ਵੀ ਤਾਂ ਇੱਥੇ ਆ ਕੇ ਤਾਂ ਮੈਂ ਜਿਹੜੀ ਗੱਲ ਕਹਿ ਰਿਹਾ ਸੀ ਉਸੇ ਪਾਸੇ ਆ ਰਿਹਾ ਸੀ ਮਦਨ ਜੀ। ਮੈਂ ਇਹੀ ਤਾਂ ਕਹਿ ਰਿਹਾ ਕਿ ਇਹਨਾਂ ਨੇ ਇਵੈਂਟ ਬਣਾ ਕੇ ਪ੍ਰਚਾਰ ਕਰਨਾ ਸੀ ਕਿ ਅਸੀਂ 2000 ਬੰਦਿਆਂ ਦੀ ਸੁਰੱਖਿਆ ਵਾਪਸ ਲੈ ਕੇ VIP ਕਲਚਰ ਜਿਹੜਾ ਅਸੀਂ ਖਤਮ ਕਰ ਰਹੇ ਹਾਂ, ਤੇ ਵੱਡੀਆਂ ਖਬਰਾਂ ਲੱਗ ਗਈਆਂ। ਆਫੀਸ਼ੀਅਲ ਸੀਕ੍ਰੇਟ ਐਕਟ ਦੇ ਅੰਡਰ ਜਿਹੜੀ ਇਨਫੋਰਮੇਸ਼ਨ ਆਉਂਦੀ ਹੈ ਉਸ ਨੂੰ ਲੀਕ ਕੀਤਾ, ਆਪ ਲੀਕ ਕੀਤਾ, ਔਰ ਉਹ ਜਿਹੜੀ ਲੀਕੇਜ ਸੀ ਉਹਦੇ ਤੋਂ ਬਾਅਦ ਅਨਫੋਰਚੂਨੇਟਲੀ ਇਹ ਗੱਲ ਐਂ ਚੱਲਦੀ, ਕਦੇ ਵੀ ਸੁਰੱਖਿਆ ਜਿਹੜੀ ਆ ਹੁਣ ਬਹਾਲ ਕੀਤੀ ਹੈ, ਕਦੇ ਨਹੀਂ ਹੋਣੀ ਸੀ। ਹੋਇਆ ਕਿ ਸਿੱਧੂ ਮੂਸੇਵਾਲਾ ਕਤਲ ਹੋ ਜਾਂਦਾ, ਤੇ ਜੇ ਸਿੱਧੂ ਦਾ ਕਤਲ ਹੁੰਦਾ ਹੈ ਉਸ ਤੋਂ ਬਾਅਦ ਇਹ ਸਰਕਾਰ ਜਾਂਦੀ ਹੈ ਬੈਕਫੁੱਟ ਤੇ। 4 ਦਿਨ ਹੋ ਗਏ ਪੰਜਾਬ ਦਾ ਕੰਮ ਬਿਲਕੁਲ ਹੀ, ਅੱਜ ਸਵੇਰੇ ਮਿਲਿਆ ਭਗਵੰਤ ਮਾਨ, ਕੋਈ ਬੰਦਾ ਉੱਥੇ ਨਹੀਂ ਗਿਆ, ਔਰ ਉਹ ਜਿਹੜਾ ਕੁਝ ਹੋਇਆ ਉਹਦੇ ਵਿੱਚ ਇਹ ਸਵਾਲ ਹੋਰ ਉੱਭਰਵੇਂ ਰੂਪ ਚ ਆ ਗਿਆ। ਜਿਹੜੀ ਗੱਲ ਤੁਸੀਂ ਹੁਣ ਕਹੀ ਹੈ ਕਿ ਚਲੋ ਬਾਕੀ ਤਾਂ ਛੱਡੋ, ਰਾਘਵ ਚੱਡਾ ਕੌਣ ਹੈ? ਇੱਕ ਰਾਜ ਸਭਾ ਦਾ ਮੈਂਬਰ ਹੈ, ਤੇ ਰਾਘਵ ਚੱਡਾ ਨੂੰ 45 ਬੰਦੇ, 5 ਬੰਦੇ ਉਹਦੀ ਕੋਠੀ ਦੇ ਸਾਹਮਣੇ ਸਟੈਂਡਿੰਗ ਜਿਹੜੇ ਕਮਾਂਡੋ ਖੜਾਏ ਨੇ, ਉਹ ਕਿਸ ਕਪੈਸਿਟੀ ਚ ਖੜਾਏ ਨੇ? ਜੇ ਤਾਂ ਸਾਰੇ ਰਾਘਵ ਚੱਡੇ ਜਿੰਨੇ ਵੀ ਆਈ ਮੀਨ ਰਾਜ ਸਭਾ ਦੇ ਮੈਂਬਰ ਨੇ, ਜਿਹੇ ਜਿਹੇ ਵੀ ਚਾਹੇ ਭੇਜੇ ਨੇ, ਬੋਲਣ ਨਾ ਬੋਲਣ, ਪੈਸੇ ਵਾਲੇ ਜੋ ਵੀ ਨੇ, ਉਹਨਾਂ ਦੇ ਸਾਰਿਆਂ ਦੇ 45 ਨੇ। ਪ੍ਰਤਾਪ ਸਿੰਘ ਬਾਜਵਾ ਕਹਿੰਦਾ ਮੈਨੂੰ ਤੁਸੀਂ ਕਿੰਨੀ ਸੁਰੱਖਿਆ ਦਿੱਤੀ ਸੀ ਉਹ ਵੀ ਦੱਸ ਦਿਓ। ਇੱਕ ਤਾਂ ਇਹ ਸਵਾਲ ਉੱਠਦਾ ਕਿ ਰਾਘਵ ਚੱਡਾ ਨੂੰ ਕਿਸ ਕਪੈਸਿਟੀ 'ਚ ਤੁਸੀਂ ਇੰਨੀ ਸੁਰੱਖਿਆ ਦਿੱਤੀ। ਦੂਜੀ ਤੁਸੀਂ ਇਹ ਦੱਸੋ ਕਿ 90 ਬੰਦੇ ਜਿਹੜੇ ਕੇਜਰੀਵਾਲ ਦੇ ਨਾਲ ਲਾਏ ਨੇ ਉਹ ਕਿਸ ਕਪੈਸਿਟੀ 'ਚ ਲਾਏ ਨੇ? ਇਹ ਪੰਜਾਬ ਦੀ ਸੁਰੱਖਿਆ ਤੁਸੀਂ ਦਿੱਲੀ 'ਚ ਕਿਵੇਂ ਦੇ ਰਹੇ ਹੋ? ਚਲੋ ਇਹ ਸਵਾਲ ਵੀ ਉੱਠਦਾ ਜਿਹੜਾ ਤੁਸੀਂ ਕਿਹਾ, ਇਸ਼ਾਰਾ ਇਹ ਵੀ ਹੈ ਕਿ ਭਾਈ ਜੇ ਸਾਡੀ ਸੁਰੱਖਿਆ ਹੈ ਤਾਂ ਤੁਹਾਡੀ ਭੈਣ ਤੇ ਤੁਹਾਡੀ ਮਾਂ ਦੀ ਸੁਰੱਖਿਆ ਵੀ ਕਿਵੇਂ ਹੋਊਗੀ? ਇਹ ਸਾਰੇ ਸਵਾਲ, ਇਹਨਾਂ ਦਾ ਜਵਾਬ ਦੇਣਾ ਔਖਾ ਸੀ। ਮੈਂ ਤਾਂ ਤੁਹਾਡੇ ਪਹਿਲੇ ਸਵਾਲ ਨਾਲ ਜੋੜ ਕੇ ਗੱਲ ਕਰ ਰਿਹਾ, ਵਿੱਚ ਤੁਸੀਂ ਆ ਜਿਹੜੀ ਨਵੀਂ ਗੱਲ ਯੂ ਟਰਨ ਲੈਣ ਦੀ ਕੀਤੀ ਸੁਰੱਖਿਆ ਦੇ ਮਾਮਲੇ 'ਚ, ਇਹ ਤਾਂ ਮਜਬੂਰੀ ਸੀ। ਜੇ ਓਪੀ ਸੋਨੀ ਕੋਰਟ 'ਚ ਨਾ ਜਾਂਦਾ ਤਾਂ ਫਿਰ ਹਾਈ ਕੋਰਟ ਨੇ ਓਵਰਆਲ ਸੁਰੱਖਿਆ ਦੀ ਗੱਲ ਨਹੀਂ ਸੁਣਨੀ ਸੀ। ਜਦੋਂ ਉਹਨਾਂ ਨੇ ਆਪਣਾ ਦਾਇਰਾ ਮਾਨਯੋਗ ਹਾਈ ਕੋਰਟ ਨੇ ਵਧਾਇਆ, ਸਵਾਲ ਕੀਤੇ, ਫਟਕਾਰ ਲਾਈ, ਤੇ ਜਵਾਬ ਇਹਨਾਂ ਕੋਲ ਕੀ ਸੀ? ਕਹਿੰਦੇ ਜੀ ਅਸੀਂ ਸੁਰੱਖਿਆ ਬਹਾਲ ਕਰ ਦਾਂਗੇ, 7 ਜੂਨ ਨੂੰ ਕਰ ਦੋਗੇ। ਜਿਹੜੀਆਂ ਪਹਿਲੀਆਂ ਗੱਲਾਂ ਸਾਨੂੰ ਪੰਜਾਬੀਆਂ ਨਾਲ ਕੀਤੀਆਂ ਸੀ ਕਿ ਇੰਨਾ ਪੈਸਾ ਬਚੂ, VIP ਕਲਚਰ ਖਤਮ ਹੋਊ, ਉਹ ਕਿੱਧਰ ਗਿਆ ਤੁਹਾਡਾ ਜਵਾਬ? ਇਸੇ ਕਰਕੇ ਮੈਂ ਕਹਿਣਾ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਦੱਸੋ ਇਹਨਾਂ ਨੇ ਕਿਹੜੀ ਗੱਲ ਹੈ ਜੀ ਤੇ ਪੂਰਾ ਉਤਰੇ ਨੇ। ਪਹਿਲਾਂ, ਸਭ ਤੋਂ ਪਹਿਲਾਂ ਇਹਨਾਂ ਨੇ ਇਹ ਕਿਹਾ ਸੀ ਕਿ ਇੱਥੇ ਬੁੱਤ ਲੱਗਣਗੇ ਅੰਬੇਦਕਰ ਸਾਹਿਬ ਤੇ ਸ਼ਹੀਦ ਭਗਤ ਸਿੰਘ ਦੇ। ਕਿਵੇਂ ਲੱਗ ਸਕਦੇ ਨੇ ਜੀ? ਉਹ ਲੱਗ ਹੀ ਨਹੀਂ ਸਕਦੇ। ਕਾਨੂੰਨੀ ਤੌਰ ਤੇ ਲੱਗੇ ਨਹੀਂ ਲੱਗੇ। 35,000 ਮੁਲਾਜ਼ਮ ਪੱਕੇ ਹੋਏ? ਹੋ ਹੀ ਨਹੀਂ ਸਕਦੇ। ਹੋਏ ਨਹੀਂ ਹੋਏ? ਕੱਲੀ ਲਿਸਟ ਕੱਢ ਲਓ ਤੁਸੀਂ। ਜਿਹੜੀ ਗੱਲ ਮਾਨ ਸਾਹਿਬ ਮਾਨਸਾ 'ਚ ਜਾ ਕੇ ਕਿਹਾ ਹੈ ਕਿ ਜੀ ਗੋਦਾਵਰੀਆਂ ਆਉਂਦੀਆਂ ਰਹਿਣਗੀਆਂ, ਪਹਿਲਾਂ ਪੈਸਾ ਦੇਵਾਂਗੇ, ਕਿੱਥੋਂ ਮੁਆਵਜ਼ਾ ਤੁਸੀਂ ਕਿਹੜੀ ਕਪੈਸਿਟੀ 'ਚ ਦੇ ਦੋਗੇ? ਇਹਨਾਂ ਨੂੰ ਪਹਿਲੇ ਮਹੀਨਾ 1.5 ਮਹੀਨੇ ਤਾਂ ਇਹੀ ਨਹੀਂ ਪਤਾ ਲੱਗਿਆ ਕਿ ਅਸੀਂ ਜਿਹੜਾ ਇਲੈਕਸ਼ਨ ਬੋਰਡ 'ਚ ਹੈ ਜਾਂ ਅਸੀਂ ਰਾਜ ਕਰਨੀ ਪਾਰਟੀ ਬਣ ਗਏ। ਇੱਕ ਤਾਂ ਇਹ ਤਜਰਬਾ ਨਹੀਂ ਸੀ। ਦੂਜੀ ਗੱਲ ਜਿਹੜੀ ਤੁਸੀਂ ਐਕਸ਼ਨ ਮੋਡ ਦੀ ਗੱਲ ਕਰ ਰਹੇ ਹੋ, ਉਹ ਪਪੂਲਰ ਜਿਹੜੀ ਖਬਰਾਂ ਲਵਾਉਣ ਦੀ ਜਿਹੜੀ ਉਦੋਂ ਤਾਂ ਜ਼ਰੂਰਤ ਹੁੰਦੀ ਹੈ ਜਦੋਂ ਤੁਸੀਂ ਆਪੋਜੀਸ਼ਨ 'ਚ ਹੁੰਦੇ, ਲੋਕਾਂ 'ਚ ਜਾਣਾ ਹੁੰਦਾ, ਇਲੈਕਸ਼ਨ 'ਚ ਜਾਣਾ ਹੁੰਦਾ।
ਤੇ ਲੇਕਿਨ ਹੁਣ ਤਾਂ ਇਲੈਕਸ਼ਨ ਜਾ ਚੁੱਕੇ ਹੋ, ਹੁਣ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜੋ ਕੰਮ ਕਰਨਾ ਪੱਕੇ ਪੈਰੀ ਕਰਨਾ, ਤੇ ਪੱਕੇ ਪੈਰੀ ਹਾਲ ਤੱਕ ਆਪਾਂ ਕੁਝ ਨਹੀਂ ਕੀਤਾ। ਪੰਜਾਬ ਰੁਕਿਆ ਪਿਆ। ਪੰਜਾਬ ਦੇ ਵਿੱਚ ਤੁਸੀਂ ਪਹਿਲਾਂ ਪਟਵਾਰੀ ਸਟ੍ਰਾਈਕ ਤੇ ਚਲੇ ਗਏ, ਹੁਣ ਤਹਿਸੀਲਦਾਰ ਸਟ੍ਰਾਈਕ ਤੇ ਨੇ, ਕੰਮ ਚੱਲ ਨਹੀਂ ਰਿਹਾ। ਫਿਰ ਤੁਸੀਂ ਦੂਜੇ ਪਾਸੇ ਵੱਡੇ ਵੱਡੇ ਦਾਅਵੇ ਕਰਦੇ ਹੋ ਕਿ ਅਸੀਂ ਕੱਟੜ ਇਮਾਨਦਾਰ ਹੈ। ਜੇ ਤੁਸੀਂ ਕੱਟੜ ਇਮਾਨਦਾਰ ਹੁੰਦੇ ਤਾਂ ਫਿਰ ਆਪਦਾ ਤੁਹਾਡਾ ਸਿਹਤ ਮੰਤਰੀ 1.5-2 ਮਹੀਨੇ 'ਚ ਇੰਨਾ ਕੁਛ ਕਰ ਗਿਆ ਜਿਹੜਾ ਤੁਸੀਂ ਦੱਸ ਰਹੇ ਹੋ ਮਾਨ ਸਾਹਿਬ। ਤੇ ਫਿਰ ਅਸੀਂ ਕਿਵੇਂ ਮੰਨੀਏ ਵੀ ਤੁਹਾਡੀ ਜਿਹੜੀ ਇਹ ਗੁਜਰਾਤ 'ਚ ਤੁਹਾਡੇ ਸੁਪਰੀਮ ਦਾ ਕਿਹਾ ਹੋਇਆ ਕਿ 10 ਦਿਨ ਮੇਂ ਕਰਪਸ਼ਨ ਖਤਮ ਹੋ ਗਈ, ਕਿਵੇਂ ਖਤਮ ਹੋ ਗਈ ਕਰਪਸ਼ਨ 10 ਦਿਨ 'ਚ? ਅੱਜ ਤੁਸੀਂ ਫਿਰ ਫੜ ਲਿਆ ਇੱਕ ਡਿਸਟ੍ਰਿਕਟ ਜਿਹੜਾ ਫੋਰੈਸਟ ਆਫਿਸਰ, ਡੀਐਫਓ ਨੂੰ ਫੜਨ ਦਾ ਮਤਲਬ ਹੈ 70 ਦਿਨ ਬਾਅਦ ਤੁਸੀਂ ਫੜਿਆ। ਪਹਿਲੇ 10 ਦਿਨ ਤੁਸੀਂ ਕਲੇਮ ਕਰਦੇ ਹੋ ਕਿ ਖਤਮ ਹੋ ਗਈ, ਤੇ 70 ਦਿਨ ਬਾਅਦ ਤੁਸੀਂ ਫੜਦੇ ਹੋ ਵੀ 2 ਲੱਖ ਰੁਪਇਆ ਲੈ ਲਿਆ। ਕਿਹੜੀ ਗੱਲ ਸੱਚ ਬਣੀ ਹੈ, ਪਹਿਲਾਂ ਵਾਲੀ ਜਾਂ ਇਸ ਵਾਲੀ? ਇਹਦਾ ਮਤਲਬ ਮਦਨ ਜੀ ਸਿਰਫ ਤੇ ਸਿਰਫ ਪ੍ਰਚਾਰ ਕਰਨ ਲਈ, ਕੋਈ ਐਕਸ਼ਨ ਮੋਡ ਨਹੀਂ, ਪ੍ਰਚਾਰ ਹੈ। ਕੁਲਦੀਪ ਸਿੰਘ ਧਾਲੀਵਾਲ ਕਹਿੰਦਾ ਕਿ 5000 ਏਕੜ ਅਸੀਂ ਪਹਿਲੇ ਮੁਹਿੰਮ ਚ ਲੈਣੀ ਹੈ। ਦੱਸੋ ਕਿਹੜੀ 5000 ਏਕੜ ਹੋਈ ਹੈ? ਦੱਸੋ ਸਹੀ ਨਾ, ਕੋਈ ਗੱਲ ਤਾਂ ਪੂਰੀ ਹੋਵੇ। ਤੇ ਇਹ ਸਾਰਾ ਕੁਝ ਜਿਹੜਾ ਹੈ ਨਾ, ਉਹ ਐਕਸ਼ਨ ਜਿਹਨੂੰ ਤੁਸੀਂ ਕਹਿ ਰਹੇ ਹੋ, ਮੈਂ ਸਮਝਦਾ ਕਿ ਉਹ ਐਕਸ਼ਨ ਨਹੀਂ। ਉਹ ਜਿਹੜੇ ਅਸਲੀ ਮੁੱਦੇ ਨੇ ਉਹਨਾਂ ਤੋਂ ਇੱਧਰ ਉੱਧਰ ਕਰਨ ਲਈ ਫਿਰ ਇਸ ਤਰ੍ਹਾਂ ਦੀਆਂ ਗੱਲਾਂ। ਕਿਹੜਾ ਘਰ ਘਰ ਰਾਸ਼ਨ ਪਹੁੰਚਾਇਆ? ਉਹ ਦਿੱਲੀ ਹਾਈ ਕੋਰਟ ਨੇ ਕਹਿਤਾ ਵੀ ਜੇ ਰਾਸ਼ਨ ਘਰ ਘਰ ਪਹੁੰਚਾਉਣਾ ਤੁਸੀਂ ਆਪ ਦਿਓ, ਇਹਨਾਂ ਦੇ ਦਿੱਲੀ ਵਾਲਿਆਂ ਨੂੰ ਕਹਿਤਾ। ਤੇ ਜੇ ਆਪ ਦਿਓ ਤੇ ਪੰਜਾਬ 'ਚ ਖਬਰਾਂ ਐਡੀਆਂ ਲਵਾਤੀਆਂ ਔਰ ਵੀਡੀਓ ਮੈਸੇਜ ਜਿਹੜਾ ਪਾਉਣ ਦਾ ਤਰੀਕਾ ਸ਼ੁਰੂ ਕੀਤਾ ਸੀ ਕਿ ਜੀ ਮਾਨ ਸਾਹਿਬ ਆਉਂਦੇ ਨੇ ਸਟੂਡੀਓ ਘਰੇ ਉੱਥੇ ਬਣਾਇਆ, ਸੈਕਟਰੀਏਟ ਆਪਦੀ ਗੱਲ ਕਹਿ ਕੇ ਚਲੇ ਜਾਂਦੇ ਨੇ, ਕਿਸੇ ਪੱਤਰਕਾਰ ਦਾ ਕੋਈ ਜਵਾਬ ਨਹੀਂ ਲੈਣਾ, ਤੇ ਉੱਥੇ ਫਿਰ ਗੜਬੜ ਹੁੰਦੀ ਹੈ। ਤੇ ਗੜਬੜ ਉਦੋਂ ਜ਼ਿਆਦਾ ਹੁੰਦੀ ਹੈ ਜਦੋਂ ਨਾਲ ਦਿੱਲੀ ਵਾਲਾ ਕੋਈ ਬੈਠਾ ਹੁੰਦਾ, ਰਾਘਵ ਚੱਡੇ ਵਰਗਾ। ਜੇ ਮਾਨ ਸਾਹਿਬ ਇਕੱਲੇ ਜਾਂਦੇ ਨੇ, ਸਤੌਜ ਪਿੰਡ ਗਏ, ਬੜਾ ਵਧੀਆ ਬੋਲੇ, ਜਿੱਥੇ ਵੀ ਇਕੱਲੇ ਜਾ ਕੇ ਬੋਲਦੇ ਨੇ ਬਹੁਤ ਵਧੀਆ ਬੋਲਦੇ ਨੇ। ਪਤਾ ਨਹੀਂ ਕਿਸ ਕਿਸਮ ਦਾ ਪ੍ਰੈਸ਼ਰ ਹੈ। ਇਹ ਸਾਰੇ ਪ੍ਰੈਸ਼ਰ ਨੇ। ਆ ਜਿਹੜੀ ਗੱਲ ਹੁਣ ਤੁਸੀਂ ਪੁੱਛੀ ਸੀ ਕਿ ਦਿੱਲੀ ਜਦੋਂ ਜਾਂਦੇ ਨੇ ਉਦੋਂ ਜਾ ਕੇ ਆਉਂਦੇ ਨੇ ਤੇ ਡਿਸੀਜਨ ਲੈਂਦੇ ਨੇ, ਤੇ ਫਿਰ ਲੋਕ ਜਾਂ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ, ਰਾਜਾ ਵੜਿੰਗ, ਸੁਖਬੀਰ ਸਿੰਘ ਬਾਦਲ ਕੱਲ ਦੇ ਤਾਂ ਇਹੀ ਕਹੀ ਜਾਂਦੇ ਨੇ ਕਿ ਸਰਕਾਰ ਤਾਂ ਦਿੱਲੀ ਤੋਂ ਚੱਲਦੀ ਹੈ। ਔਰ ਕਾਫੀ ਹੱਦ ਤੱਕ ਇਹ ਗੱਲ ਹੈ ਵੀ ਠੀਕ ਕਿ ਲੋਕ ਜਿਹੜੇ ਵੱਡੇ ਵੱਡੇ ਅਫਸਰ ਨੇ ਉਹ ਕਿੱਥੋਂ ਲੈਂਦੇ ਨੇ ਆਦੇਸ਼? ਉਹ ਰਾਘਵ ਚੱਡਾ ਤੋਂ ਲੈਂਦੇ ਨੇ। ਤੇ ਇਹ ਰਾਘਵ ਚੱਡਾ ਕੌਣ ਹੈ? ਇਹ ਕੇਜਰੀਵਾਲ ਦਾ ਜਰਨੈਲ ਹੈ। ਮਾਨ ਸਾਹਿਬ ਕਿੱਥੇ ਨੇ? ਆ ਪਿਛਲੇ 4 ਦਿਨ ਮਾਨ ਸਾਹਿਬ ਹੈ ਕਿੱਥੇ ਸੀ? ਇੱਕ ਸੰਕਟ ਦੇ ਸਮੇਂ ਮਦਨ ਜੀ ਜਿਹੜਾ ਮੁੱਖ ਮੰਤਰੀ ਹੁੰਦਾ ਆਪਣੇ ਮੰਤਰੀਆਂ ਨੂੰ ਬੁਲਾ ਕੇ ਹੰਗਾਮੀ ਕੈਬਨਿਟ ਦੀ ਮੀਟਿੰਗ ਕਰਦਾ ਹੁੰਦਾ। ਇੱਥੇ ਪੰਜਾਬ 'ਚ ਮੀਟਿੰਗ ਰੱਖੀ ਹੋਈ ਪੋਸਟਪੋਨ ਕਰਤੀ। ਕਿਉਂ ਕੀਤੀ ਜੀ ਪੋਸਟਪੋਨ? ਜਿਹੜੀ ਟ੍ਰੇਨਿੰਗ ਦੇਣੀ ਸੀ ਉਹ ਵੀ ਪੋਸਟਪੋਨ ਕਰਤੀ। ਪੰਜਾਬ ਦਾ ਕੰਮ ਤਾਂ ਠੱਪ ਕਿਤੇ ਪਿਆ। ਕੱਲ ਫਿਰ ਕਿਤੇ ਨਿਕਲੇ। ਤੁਸੀਂ ਕੀ ਸੋਚਦੇ ਹੋ? ਕੱਲ ਜਿਹੜਾ ਜਦੋਂ ਗਏ ਨੇ ਤੇ ਕੇਜਰੀਵਾਲ ਸਾਹਿਬ ਨੇ ਇਹਨਾਂ ਨੂੰ ਸਲਾਹ ਦਿੱਤੀ। ਕੇਜਰੀਵਾਲ ਤਾਂ ਖੁਦ ਫਸਿਆ ਹੋਇਆ। ਸਤਿੰਦਰ ਜੈਨ ਦੇ ਪਹਿਲਾਂ ਤਾਂ ਸਤਿੰਦਰ ਜੈਨ ਦੇ ਮਾਮਲੇ 'ਚ ਫਸ ਗਏ, ਤੇ ਕੱਲ ਸੁਣਿਆ ਉਹਨਾਂ ਨੂੰ ਜੋ ਕੱਲ ਆਪਦਾ ਵੀਡੀਓ ਮੈਸੇਜ ਪਾ ਰਹੇ ਸੀ ਕੇਜਰੀਵਾਲ ਸਾਹਿਬ, ਉਹ ਇਹ ਕਹਿ ਰਹੇ ਸੀ ਕਿ ਹੁਣ ਮਨੀਸ਼ ਸਿਸੋਦੀਆ ਵੀ ਫੜਿਆ ਜਾਣਾ ਹੈ। ਦੋਨੇ ਬੰਦੇ ਦੇਖੋ, ਦੋਗਲੀ ਨੀਤੀ ਦੇਖੋ। ਜੇ ਦੋਨੇ ਸਿਹਤ ਮੰਤਰੀ ਜੇਲ੍ਹ 'ਚ ਨੇ, ਇੱਕ ਸਿਹਤ ਮੰਤਰੀ ਈਡੀ ਨੇ ਫੜ ਕੇ ਜੇਲ੍ਹ 'ਚ ਕੀਤਾ, 2 ਕਰੋੜ ਦੀ ਰਸੀਦ ਵੀ ਨਾਲ ਲਾਈ ਹੈ, ਤੇ ਦੂਜੇ ਮੰਤਰੀ ਤੋਂ ਕੁਝ ਫੜਿਆ ਵੀ ਨਹੀਂ ਗਿਆ। ਉਹਨੂੰ ਬਾਹਰ, ਉਹ ਰੋਪੜ ਜੇਲ੍ਹ 'ਚ ਹੈ। ਉਹਨੂੰ ਕਹਿੰਦੇ ਨੇ ਅਸੀਂ ਫੜ ਲਿਆ, ਦੇਖੋ ਇਮਾਨਦਾਰ ਹੈ ਕੱਟੜ। ਦੂਜੇ ਪਾਸੇ ਕੱਟੜ ਇਮਾਨਦਾਰ ਉਹਨੂੰ ਬਚਾ ਰਿਹਾ, ਕਹਿੰਦਾ ਇਹਨੂੰ ਪਦਮ ਭੂਸ਼ਣ ਦਿਓ। ਤੀਜਾ ਜਿਹੜਾ ਸਿੱਖਿਆ ਮੰਤਰੀ, ਜਿਹੜਾ ਤੀਜੇ ਚੌਥੇ ਨੰਬਰ ਤੇ ਆਉਂਦਾ, ਪੰਜਾਬ ਨੰਬਰ ਪਹਿਲੇ ਤੇ ਆਉਂਦਾ, ਜਿੱਥੇ ਇੱਕ ਅੱਖਰ ਨਹੀਂ ਬੋਲੀ ਸਾਰੀ ਸਰਕਾਰ, ਤੇ ਉਸ ਸਿੱਖਿਆ ਦਾ ਜਿਹੜਾ ਖੇਤਰ ਹੈ ਉਹਦਾ ਮੰਤਰੀ ਕਹਿੰਦੇ ਬਹੁਤ ਵਧੀਆ ਮਨੀਸ਼ ਸਿਸੋਦੀਆ ਨੇ ਫੜਿਆ ਜਾ ਰਿਹਾ। ਤੇ ਜਿਹੜਾ ਬੰਦਾ ਆਪ ਫਸਿਆ ਹੋਵੇ ਉਹ ਬੰਦਾ ਭਗਵੰਤ ਮਾਨ ਨੂੰ ਕੀ ਸਲਾਹ ਦੇਊਗਾ? ਸੋ ਹੁਣ ਤਾਂ ਮਜਬੂਰੀ ਹੈ, ਕਿਉਂਕਿ ਸੰਗਰੂਰ ਦੀ ਚੋਣ ਆ ਰਹੀ ਹੈ। ਫਿਰ ਕਿਹਾ ਹੋਊਗਾ, ਸੋਚਿਆ ਹੋਊ ਭਗਵੰਤ ਮਾਨ ਨੇ ਕਿ ਕਿਉਂ ਨਾ ਮੈਂ ਜਾ ਕੇ ਦੇਖਾਂ, ਕੱਲ ਨੂੰ ਇਲੈਕਸ਼ਨ ਲੜਨੀ ਹੈ। ਪਹਿਲਾਂ ਜਦੋਂ ਸਵੇਰੇ ਗੁਰਪ੍ਰੀਤ ਸਿੰਘ ਬਣਾਵਾਲੇ ਨੂੰ ਭੇਜਿਆ, ਉਹ ਲੋਕਲ ਬੰਦਾ ਹੈ, ਮਾਨਸਾ ਦਾ ਬੰਦਾ ਹੈ, ਸਰਦੂਲਗੜ੍ਹ ਤੋਂ ਜਿੱਤਿਆ, ਤੇ ਐਡਵੋਕੇਟ ਸਾਹਿਬ ਸਵੇਰੇ ਗਏ, 2 ਦਿਨ ਜਾਂਦੇ ਰਹੇ, ਡੀਐਮਸ ਵੀ ਪਤਾ ਲੈ ਕੇ ਆਏ, ਪਰ ਇੱਥੇ ਹੁਣ ਉਹਨਾਂ ਦਾ ਵਿਰੋਧ ਹੋਇਆ, ਮਾਫੀ ਮੰਗਣੀ ਪਈ ਉਹਨਾਂ ਨੂੰ। ਫਿਰ ਉਸ ਤੋਂ ਬਾਅਦ ਇੰਨੀ ਪੁਲਿਸ ਲਾ ਕੇ ਅੰਦਰ ਚਲੇ ਤਾਂ ਗਏ। ਪਿੰਡ 'ਚ ਬੱਲੇ ਬੱਲੇ ਜਿਹੜੀ ਹੈ ਲੋਕ ਜਿਹੜਾ ਵਿਰੋਧ ਕਰ ਰਹੇ ਨੇ। ਔਰ ਦੂਜੇ ਪਾਸੇ ਇਹ ਇੱਕ ਨਵੀਂ ਸਟ੍ਰੈਟਜੀ ਬਣਾਈ ਹੈ ਹੁਣ
3 ਬੰਦੇ, ਇੱਕ ਨਹੀਂ 3 ਬੁਲਾਰੇ ਦੇਸ਼ ਸੇਵਕ ਦੇ ਬਾਰ-ਬਾਰ ਟੀਵੀ ਤੇ ਆ ਕੇ ਕਹਿ ਰਹੇ ਨੇ। ਭਗਵੰਤ ਮਾਨ ਉਹਨਾਂ ਦਾ ਅਫਸੋਸ ਪ੍ਰਗਟ ਕਰਨ ਗਏ ਸੀ। ਕਾਂਗਰਸ ਨੇ ਇਹ ਪੁਰਾਣੇ ਐਮਐਲਏ ਇਕੱਠੇ ਹੋ ਕੇ ਉਹਨਾਂ ਨੇ ਵਿਰੋਧ ਕੀਤਾ। ਲੋਕਾਂ ਦਾ ਵਿਰੋਧ ਨਹੀਂ ਮੰਨਦੇ ਪੁਰਾਣੇ। ਕੱਲ ਤਾਂ ਕਮਾਲ ਹੀ ਹੋ ਗਈ ਬਦਨ ਜੀ, ਸਵੇਰੇ ਜਦੋਂ ਵਿਰੋਧ ਹੋ ਰਿਹਾ ਸੀ ਵੀ ਅਸੀਂ ਨਹੀਂ ਬਣ ਦੇਣਾ ਪਿੰਡ 'ਚ ਕਿਸੇ ਨੂੰ, ਉਸ ਵੇਲੇ ਮੈਂ ਪਹਿਲੀ ਵਾਰ ਦੇਖਿਆ ਇੰਨੀ ਪੱਤਰਕਾਰੀ ਲਾਈਫ ਦੇ ਵਿੱਚ ਕਿ ਸਿਵਲ ਤੇ ਪੁਲਿਸ ਦੇ ਜਿਹੜੇ ਅਧਿਕਾਰੀ ਨੇ ਨੋ ਕਮੈਂਟ ਮੀਡੀਆ ਨੂੰ ਕਹਿੰਦੇ। ਹੁਣ ਇੱਕ ਅੱਧੀ ਵਾਰ ਤਾਂ ਨੋ ਕਮੈਂਟ ਹੋ ਸਕਦਾ, ਸਾਰੇ ਸਵਾਲਾਂ ਦੇ ਜਵਾਬ ਨੋ ਕਮੈਂਟ ਸੀ। ਤਾਂ ਇਹਦਾ ਮਤਲਬ ਲੋਕਾਂ ਦੀ ਮਾਨਸਿਕਤਾ ਨੂੰ ਸਮਝਣ ਦੀ ਲੋੜ ਸੀ। 4 ਦਿਨਾਂ 'ਚ ਬਹੁਤ ਗ੍ਰਾਫ ਥੱਲੇ ਕਰ ਲਿਆ ਆਮ ਆਦਮੀ ਪਾਰਟੀ ਨੇ। ਜਿਹੜੀ ਗੱਲ ਤੁਸੀਂ ਪੁੱਛੀ ਹੈ, ਜੇ ਸੱਚਮੁੱਚ ਕੁਝ ਕਰਨਾ ਇਹਨਾਂ ਨੇ ਤਾਂ ਕੋਈ ਠੋਸ ਕਦਮ ਚੱਕਣੇ ਪੈਣੇ ਨੇ। ਨਹੀਂ ਤਾਂ ਇਹ ਗੱਲ ਕਹਿ ਕੇ ਕਿ ਜੀ ਅਸੀਂ ਜਿਹੜਾ ਆਹ ਕਰ ਰਹੇ ਹਾਂ ਤੇ ਖਬਰਾਂ ਲਵਾਓ ਤੇ ਉਸ ਤੋਂ ਬਾਅਦ ਸਾਰੇ ਪਾਸੇ ਬੈਕਫੁੱਟ ਤੇ ਚਲੇ ਜਾਓ, ਫਿਰ ਲੋਕਾਂ ਨੂੰ ਜਵਾਬ ਦੇਣਾ ਬਹੁਤ ਮੁਸ਼ਕਲ ਹੋ ਜੂ। ਇਹ ਵੱਖਰੀ ਗੱਲ ਹੈ ਕਿ ਇਸ ਮੌਕੇ ਜਿਹੜੀ ਉਹ ਆਪੋਜੀਸ਼ਨ ਹੈ ਜਿਹੜੀ ਇਹਨੂੰ ਗੈਂਗਸਟਰ ਕਹਿੰਦੀ ਸੀ, ਪਹਿਲਾਂ ਸੁਖਬੀਰ ਬਾਦਲ ਵੀ ਇਹਨੂੰ ਗੈਂਗਸਟਰ ਕਹਿੰਦਾ ਸੀ, ਕੈਪਟਨ ਅਮਰਿੰਦਰ ਸਿੰਘ ਵੀ ਇਹੀ ਕਹਿੰਦਾ ਸੀ। ਮੈਂ ਨਾ ਇਹਨੂੰ ਜਿਹੜਾ ਸਿੱਧੂ ਮੂਸੇਵਾਲੇ ਨੂੰ ਲੈ ਲੈਂਦਾ ਕਾਂਗਰਸ ਪਾਰਟੀ 'ਚ, ਇਹ ਗੈਂਗਸਟਰ ਹੈ। ਇਹੀ ਗੱਲ ਭਾਰਤੀ ਜਨਤਾ ਪਾਰਟੀ ਵਾਲੇ ਕਹਿੰਦੇ ਸੀ। ਸਿਆਸਤ ਦੇਖੋ ਕੀ ਰੰਗ ਲਾਉਂਦੀ ਹੈ। ਹੁਣ ਪੰਜਾਬ ਦਾ ਬਹੁਤ ਵੱਡਾ ਪੁੱਤ ਬਣ ਗਿਆ। ਇਹ ਸਭ ਸਿਆਸਤ ਚੱਲ ਰਹੀ ਹੈ, ਸਭ ਲਾਹਾ ਲੈਣ ਨੂੰ ਫਿਰ ਰਹੇ ਨੇ ਤੇ ਇਹ 'ਚ ਦੇਖਦੇ ਹਾਂ ਹੁਣ ਅੱਗੇ ਕਹਾਣੀ ਕਿਸ ਪਾਸੇ ਨੂੰ ਜਾਂਦੀ ਹੈ। ਡਾਕਟਰ ਸਾਹਿਬ, ਇੱਕ ਹੋਰ ਅਸੀਂ ਜਾਂਦੇ ਵਿਚਾਰ ਕਰ ਲਈਏ ਕਿ ਇੱਕ ਰੌਲਾ ਪਿਆ ਹੋਇਆ ਹੈ ਕਿ ਪੰਜਾਬ ਦੇ ਰਾਜਪਾਲ ਨੇ ਕੋਈ ਰਿਪੋਰਟ ਤਿਆਰ ਕੀਤੀ ਹੈ ਲਾਅ ਐਂਡ ਆਰਡਰ ਨੂੰ ਲੈ ਕੇ। ਪਿੱਛੇ ਜਿੰਨੇ ਮਰਡਰ ਹੋਏ ਆ, ਸਰਕਾਰ ਦੀਆਂ ਜੋ ਨਾਕਾਮੀਆਂ ਆ, ਇਹਦੀ ਜਿਹੜੀ ਇਸ ਵੇਲੇ ਨਾਕਾਮੀ ਨੂੰ ਲੈ ਕੇ ਜਿਹੜੀ ਰਿਪੋਰਟ ਤਿਆਰ ਕੀਤੀ ਹੈ ਰਾਜਪਾਲ ਨੇ। ਇਹ ਕਿਹਾ ਜਾ ਰਿਹਾ ਹੈ ਕਿ ਰਾਜਪਾਲ ਵੱਲੋਂ ਇਸ ਤਰ੍ਹਾਂ ਦੀ ਮੰਗ ਹੋ ਸਕਦੀ ਹੈ ਕਿ ਪੰਜਾਬ ਦੇ ਅੰਦਰ ਰਾਸ਼ਟਰਪਤੀ ਰਾਜ ਵਰਗਾ ਜਿਹੜਾ ਮਾਹੌਲ ਆ ਉਹ ਲਾਇਆ ਜਾ ਸਕਦਾ ਆ। ਲੇਕਿਨ ਇਹ ਵੱਖਰੀ ਗੱਲ ਹੈ, ਇਹ ਵੀ ਜਿਹੜੇ ਵਿਦਵਾਨ ਆ ਇਹ ਗੱਲ ਕਹਿੰਦੇ ਆ, ਤੁਹਾਡੇ ਵਰਗੇ ਜਿਹੜੇ ਸਿਆਣੇ ਬੰਦੇ ਆ, ਕਿ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨਾ ਬਹੁਤ ਮੁਸ਼ਕਿਲ ਆ। ਕਿਉਂਕਿ ਜੰਮੂ ਕਸ਼ਮੀਰ ਦੇ ਵਿੱਚ ਜੇ ਸਰਕਾਰ ਨੇ ਮਸਲਾ ਨਾ ਛੇੜਿਆ ਹੁੰਦਾ ਤਾਂ ਸ਼ਾਇਦ ਪੰਜਾਬ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣ ਸਕਦਾ ਸੀ। ਤੁਹਾਡਾ ਕੀ ਖਿਆਲ ਹੈ ਕਿ ਇਹ ਰਿਪੋਰਟ ਇਸ ਤਰ੍ਹਾਂ ਦੀ ਕੋਈ ਰਾਜਪਾਲ ਦੀ ਸਹੀ ਰਿਪੋਰਟ ਹੋ ਸਕਦੀ ਹੈ? ਦੇਖੋ, ਮੈਨੂੰ ਲੱਗਦਾ ਨਹੀਂ ਕਿ ਕੋਈ, ਦੇਖੋ ਰਿਪੋਰਟ ਤਾਂ ਭੇਜੀ ਜਾ ਸਕਦੀ ਤੇ ਭੇਜਣੀ ਬਣਦੀ ਹੈ। ਬਾਰਡਰ ਸਟੇਟ ਹੈ ਤੇ ਕਿਉਂਕਿ ਸਾਰੀਆਂ ਪਾਰਟੀਆਂ ਜਿਹਦੇ ਚ ਅਸ਼ਵਨੀ ਕੁਮਾਰ ਆਪਣੀ ਪਾਰਟੀ ਨੂੰ ਲੈ ਗਏ, ਭਾਰਤੀ ਜਨਤਾ ਪਾਰਟੀ, ਸੁਖਬੀਰ ਸਿੰਘ ਬਾਦਲ ਆਪਦੇ ਵਫਦ ਨੂੰ ਲੈ ਗਏ, ਕਾਂਗਰਸ ਆਪਦੇ ਵਫਦ ਨੂੰ ਲੈ ਗਈ, ਸਭ ਨੇ ਕਿਹਾ ਕਿ NIA ਤੇ ਕਰਾਓ, ਕੇਂਦਰੀ ਏਜੰਸੀ ਤੋਂ ਜਾਂਚ ਕਰਾਓ ਸਿੱਧੂ ਮੂਸੇਵਾਲੇ ਦੀ। ਇਹ ਗੱਲ ਵੀ ਬਿਲਕੁਲ ਠੀਕ ਹੈ ਜੋ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ। 2 ਦਿਨ ਚ 9 ਕਤਲ, ਬਲਕਿ ਜਦੋਂ ਦਾ ਉਹਨਾਂ ਦਾ ਟਵੀਟ ਆਇਆ ਉਦੋਂ ਖਾਲਸਾ ਕਾਲਜ ਵਾਲਾ ਕਤਲ ਵੀ ਹੋ ਗਿਆ ਸੀ, 2 ਦਿਨ ਚ 10 ਕਤਲ ਹੋ ਗਏ ਸੀ। ਤੇ ਇਹ ਵੀ ਗੱਲ ਸਹੀ ਹੈ ਕਿ ਪੰਜਾਬ ਦੀ ਲਾਅ ਐਂਡ ਆਰਡਰ ਦੀ ਹਾਲਤ ਕੋਈ ਜ਼ਿਆਦਾ ਠੀਕ ਨਹੀਂ, ਹਰ ਰੋਜ਼ ਝੜਪਾਂ ਹੋ ਰਹੀਆਂ ਨੇ, ਕੋਈ ਦੋਰਾਵਾ ਨਹੀਂ ਮੰਗ ਕੀਤੀ ਗਈ। ਪਰ ਇਹ ਸਟੇਟ ਇੰਨੀ ਸੈਂਸਿਟਿਵ ਹੈ, ਨੰਬਰ 1। ਨੰਬਰ 2, 92 ਸੀਟਾਂ ਹੋਣ ਜਿੱਥੇ, ਉੱਥੇ ਪ੍ਰੋਬਲਮ ਆ ਜਾਂਦੀ ਹੈ ਜਿਹੜੀ ਇਸ ਤਰ੍ਹਾਂ ਦੀ ਸਟੇਟ ਨੂੰ ਜਿਹੜਾ ਹੈ ਮੇਰਾ ਨਹੀਂ ਖਿਆਲ ਉਹ ਛੇੜਨਗੇ। ਤੀਜੀ ਗੱਲ ਕਿ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਉਹ ਚਾਹਣਗੇ, ਇਲੈਕਸ਼ਨ ਆ ਰਹੀ ਹੈ, ਉਹ ਆ ਜਿਹੜਾ ਰਾਸ ਆ ਰਿਹਾ ਤਰੀਕਾ ਆਪੋਜੀਸ਼ਨ ਨੂੰ ਕਿ ਗੁਜਰਾਤ 'ਚ ਕਿਵੇਂ ਜਾਂ ਈਡੀ ਦਾ ਪਾਓ ਜਾਂ ਪੰਜਾਬ ਦਾ ਜਿਹੜਾ ਇਹ ਪੰਜਾਬ ਮਾਡਲ ਨੂੰ ਲੈ ਕੇ ਜਿਹੜੀ ਗੱਲ ਕਰਨੀ ਚਾਹੁੰਦੇ ਸੀ, ਉਹ ਜੇ ਹੁਣ ਉਸ ਉੱਚੀ ਸੁਰ ਦੇ ਵਿੱਚ ਕਿਵੇਂ ਕਹਿਣਗੇ ਕਿ ਭਗਵੰਤ ਮਾਨ ਦੇਖੋ ਇੰਨੇ ਦਿਨਾਂ 'ਚ ਇਹ ਕੁਛ ਕਰਤਾ, ਹੁਣ ਤਾਂ ਸੰਭਵ ਬਦਨਾਮੀ ਹੋਊ ਵੀ ਇੰਨੇ ਦਿਨਾਂ 'ਚ ਇੰਨੇ ਮਰਡਰ ਹੋ ਗਏ, ਇੰਨੇ ਦਿਨਾਂ 'ਚ ਆਹ ਹੋ ਗਿਆ। ਬਦਨਾਮੀ ਤਾਂ ਵੈਸੇ ਇਹਨਾਂ ਨੇ ਪਹਿਲੇ ਦਿਨ ਤੋਂ ਖੱਟਣੀ ਸ਼ੁਰੂ ਕਰਤੀ ਸੀ ਜਦੋਂ ਇਹਨਾਂ ਨੇ ਜਿਹੜੇ ਰਾਜ ਸਭਾ 'ਚ ਬੰਦੇ ਭੇਜੇ ਸੀ। ਹੁਣ ਕਿਹੜਾ ਸਹੀ ਹੈ, ਪਰ ਹੁਣ ਘੱਟੋ ਘੱਟ ਉਸ ਤਰ੍ਹਾਂ ਦੀ ਆਲੋਚਨਾ ਨਹੀਂ ਹੋਈ। ਤਾਂ ਉਹ ਬਿਕਰਮਜੀਤ ਸਿੰਘ ਸਾਹਨੀ ਜਿਹੜੀ ਇਹਦੀ ਚੁਆਇਸ ਹੈ, ਲੋਕ ਤਾਂ ਉਧਰ ਵੀ ਕਹਿੰਦੇ ਨੇ ਵੀ ਇਹ ਧੜਾ ਬੰਦਾ ਕਿਵੇਂ ਆਇਆ। ਸੋ ਇਹ ਬਹੁਤ ਸਾਰੀਆਂ ਗੱਲਾਂ ਨੇ। ਮੈਨੂੰ ਲੱਗਦਾ ਹੈ ਕਿ ਗਵਰਨਰ ਸਾਹਿਬ ਜਿਹੜੇ ਖੁਦ ਪਾਵਰ ਚਾਹੁੰਦੇ ਨੇ ਜਾਂ ਪਾਵਰ ਉਸ ਤਰ੍ਹਾਂ ਬਿਹੇਵ ਕਰਦੇ ਨੇ, ਖਾਸ ਤੌਰ ਤੇ ਬਾਰਡਰ ਸਟੇਟਸ ਤੇ ਜਾ ਕੇ ਭਗਵੰਤ ਇਲੈਕਟਡ ਜਿਹੜਾ ਹੈ ਚੀਫ ਮਿਨਿਸਟਰ ਬੈਠਾ ਹੋਵੇ, ਇੰਨੀ ਮੈਜੋਰਟੀ ਨਾਲ ਜਿਹੜਾ ਜਿੱਤਿਆ ਹੋਵੇ, ਉਹ ਸਾਈਡ ਤੇ ਹੋਵੇ, ਪ੍ਰੈਸ ਨੂੰ ਜਿਹੜਾ ਹੈ ਮੁਖਾਤਬ ਕਰ ਰਹੇ ਹੁਣ ਗਵਰਨਰ ਸਾਹਿਬ
ਤੇ ਕਹਿ ਰਹੇ ਹੋਣ ਕਿ ਆਏ ਮਹੀਨੇ ਆਇਆ ਕਰੂੰ ਮੈਂ ਬਾਰਡਰ ਦੇ ਜਿਹੜੇ ਹਾਂ। ਡਿਸਟ੍ਰਿਕਟ ਨੇ ਉਹਨਾਂ ਨੂੰ ਨੌਕਰੀਆਂ ਦੇਵਾਂਗੇ। ਮੈਨੂੰ ਨਹੀਂ ਸਮਝ ਆਉਂਦਾ, ਇੱਥੋਂ ਲੱਗਦਾ ਹੈ ਕਿ ਇਹ ਗੈਰ ਤਜਰਬੇਕਾਰ ਸਰਕਾਰ ਹੈ। ਨਹੀਂ ਤਾਂ ਆਪਣੀ ਜਿਹੜੀ ਪਾਵਰ ਹੈ ਉਹ ਕਿਸ ਤਰੀਕੇ ਨਾਲ ਗਵਰਨਰ ਨੂੰ ਜਿਹੜਾ ਤੁਸੀਂ ਡੈਲੀਗੇਟ ਕਰ ਸਕਦੇ ਹੋ, ਜਿਹੜੀ ਆਪਾਂ ਦੇਖੀ ਹੈ। ਪਰ ਇਸ ਦੇ ਬਾਵਜੂਦ ਗਵਰਨਰੀ ਰਾਜ ਵਾਲੀ ਕੋਈ ਸੰਕੇਤ ਨਜ਼ਰ ਨਹੀਂ ਆਉਂਦਾ। ਬਿਲਕੁਲ ਡਾਕਟਰ ਸਾਹਿਬ ਸਮਾਂ ਸਮਾਪਤ ਹੋ ਗਿਆ। ਹਾਲੇ ਹੋਰ ਵੀ ਦਿਲ ਕਰਦਾ ਸੀ ਤੁਹਾਡੇ ਨਾਲ ਗੱਲਾਂ ਕੀਤੀਆਂ ਜਾਣ, ਪਰ ਜੇ ਤੁਸੀਂ ਸਾਨੂੰ ਦੁਬਾਰਾ ਮੌਕਾ ਦਿਓਗੇ ਤਾਂ ਅਸੀਂ ਜ਼ਰੂਰ ਜੀ ਤੁਹਾਡੇ ਨਾਲ ਗੱਲਬਾਤ ਕਰਨੀ ਚਾਹਾਂਗੇ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ ਜੀ, ਥੈਂਕ ਯੂ।